ਅੱਜ ਦੇ ਲੈਕਚਰ ਵਿੱਚ ਆਪਾਂ ਗੱਲ ਕਰਾਂਗੇ ਫਰੈਗਮੈਂਟੇਸ਼ਨ ਦੇ ਬਾਰੇ। ਫਸਟ ਫਿਟ ਅਤੇ ਬੈਸਟ ਫਿਟ, ਇਹ ਜਿਹੜੇ ਦੋਨੋਂ ਸਕੀਮ ਸੀ ਇਹ ਦੋਨੋਂ ਕੀ ਕਰਦੇ ਨੇ, ਐਕਸਟਰਨਲ ਫਰੈਗਮੈਂਟੇਸ਼ਨ ਤੋਂ ਸਫਰ ਕਰਦੀਆਂ ਨੇ। ਇਹਨਾਂ ਦੋਨਾਂ ਜਿਹੜੇ ਸਕੀਮਸ ਨੇ ਇਹਨਾਂ ਦੇ ਵਿੱਚ ਐਕਸਟਰਨਲ ਫਰੈਗਮੈਂਟੇਸ਼ਨ ਦੀ ਪ੍ਰੋਬਲਮ ਆਉਂਦੀ ਆ। ਜਿਵੇਂ ਜਿਵੇਂ ਪ੍ਰੋਸੈਸ ਮੈਮਰੀ ਦੇ ਵਿੱਚੋਂ ਲੋਡ ਤੇ ਰਿਮੂਵ ਕੀਤੇ ਜਾਂਦੀਆਂ ਨੇ ਤਾਂ ਕੀ ਹੁੰਦਾ, ਜਿਹੜੀ ਆਪਣੀ ਫ੍ਰੀ ਮੈਮਰੀ ਹੁੰਦੀ ਹੈ ਸਪੇਸ, ਇਹ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਵੰਡੀ ਜਾਂਦੀ ਰਹਿੰਦੀ ਹੈ। ਹੁਣ ਐਕਸਟਰਨਲ ਫਰੈਗਮੈਂਟੇਸ਼ਨ ਕੀ ਹੁੰਦੀ ਹੈਗੀ, ਇਹ ਉਦੋਂ ਹੁੰਦੀ ਆ ਜਦੋਂ ਕਿਸੇ ਜਿਹੜੀ ਆਪਣੀ ਪ੍ਰੋਸੈਸ ਨੂੰ ਪੂਰੀ ਕਰਨ ਦੇ ਲਈ ਆਪਣੇ ਕੋਲ ਕਾਫੀ ਮਾਤਰਾ ਦੇ ਵਿੱਚ ਅਵੇਲੇਬਲ ਮੈਮਰੀ, ਜਿਹੜੀ ਫ੍ਰੀ ਮੈਮਰੀ ਹੁੰਦੀ ਆ ਉਹ ਅਵੇਲੇਬਲ ਹੁੰਦੀ ਤਾਂ ਹੈ, ਪਰ ਉਹ ਕੰਟੀਜੀਅਸ ਨਹੀਂ ਹੁੰਦੀ, ਮਤਲਬ ਉਹ ਇੱਕ ਜਗ੍ਹਾ 'ਤੇ ਇਕੱਠੀ ਨਹੀਂ ਹੁੰਦੀ। ਮੰਨ ਲਵੋ ਇਹ ਆਪਣੇ ਕੋਲ ਟੋਟਲ ਆਪਣੀ ਮੈਮਰੀ ਆ, ਮੈਮਰੀ ਦਾ ਬਲੋਕ ਆ, ਇਹਦੇ ਵਿੱਚ ਹੁਣ ਆਪਾਂ ਨੂੰ ਇੱਕ ਪ੍ਰੋਸੈਸ ਨੂੰ ਹੈਗੀ ਆ P1, ਇਸ ਨੂੰ ਲੋੜ ਹੈਗੀ ਆਪਾਂ ਨੂੰ ਮੰਨ ਲਓ 100 MB ਸਪੇਸ ਦੀ। ਇਹ ਆਪਣੇ ਕੋਲ ਜਿਹੜੀ ਪੂਰੀ ਮੈਮਰੀ ਆ ਇਹਦੇ ਵਿੱਚ ਇੱਕ ਬਲੋਕ ਛੋਟਾ ਇੱਥੇ ਪਿਆ ਫ੍ਰੀ ਮੈਮਰੀ ਦਾ, ਇੱਕ ਇੱਥੇ ਪਿਆ, ਇੱਕ ਇੱਥੇ ਪਿਆ, ਇੱਕ ਇੱਥੇ ਪਿਆ, ਇੱਥੇ ਪਿਆ, ਇੱਧਰ ਪਿਆ, ਇੱਧਰ ਪਿਆ। ਮੰਨ ਲਓ ਇਹ ਜਿਹੜੇ ਸਾਰੇ ਬਲੋਕ ਨੇ ਇਹ ਨੇ ਹੈਗੇ 10 MB ਦੇ, 1 2 3 4 5, ਮਤਲਬ ਟੋਟਲ ਕਿੰਨਾ ਹੋ ਗਿਆ 50 MB ਆਪਣੇ ਕੋਲ ਇੱਥੇ ਪਈ ਆ। ਤੇ ਆਹ ਦੋ ਬਲੋਕ ਮੰਨ ਲਓ ਹੈਗੇ ਆਪਣੇ ਕੋਲ, ਇਹ ਲਾ ਲਓ 50 MB ਦੇ, 100 MB ਆਪਣੇ ਕੋਲ ਇੱਥੇ ਪਈ ਆ, ਤੇ ਇੱਕ ਮੰਨ ਲਓ ਆਪਣੇ ਕੋਲ ਹੈਗਾ 20 MB ਦਾ। 170 MB ਆਪਣੇ ਕੋਲ ਇੱਥੇ ਟੋਟਲ ਜਿਹੜੀ ਸਪੇਸ ਹੈਗੀ ਉਹ ਫ੍ਰੀ ਪਈ ਹੈਗੀ। ਪਰ ਆਪਾਂ ਫਿਰ ਵੀ ਕੀ ਹੁੰਦੀ ਆ, ਆਪਾਂ ਨੂੰ ਪ੍ਰੋਬਲਮ ਕੀ ਆ, ਆਪਾਂ ਜਿਹੜੀ ਆਪਣੀ P1 ਪ੍ਰੋਸੈਸ ਆ ਉਹਨੂੰ ਇਹਦੇ ਲਈ ਜਿਹੜੀ ਲੋੜੀਂਦੀ ਮੈਮਰੀ ਹੈਗੀ 100 MB ਦੀ ਉਹ ਆਪਾਂ ਨਹੀਂ ਦੇ ਸਕਦੇ। ਕਿਉਂ ਨਹੀਂ ਦੇ ਸਕਦੇ, ਕਿਉਂਕਿ ਇਹ ਜਿਹੜੀ ਆਪਣੀ 170 MB ਫ੍ਰੀ ਸਪੇਸ ਪਈ ਆ ਇਹ ਅਲੱਗ-ਅਲੱਗ ਜਗ੍ਹਾ 'ਤੇ ਕੀ ਹੋਈ ਪਈ ਆ, ਸਕੈਟਰ ਹੋਈ ਪਈ ਹੈਗੀ, ਵਿਖਰੀ ਪਈ ਹੈਗੀ, ਇੱਕ ਜਗ੍ਹਾ 'ਤੇ ਇਕੱਠੀ ਨਹੀਂ ਹੈਗੀ। ਤਾਂ ਇਹ ਜਿਹੜੀ ਪ੍ਰੋਬਲਮ ਹੈ ਇਹ ਹੈਗੀ ਐਕਸਟਰਨਲ ਫਰੈਗਮੈਂਟੇਸ਼ਨ ਦੀ ਪ੍ਰੋਬਲਮ। ਪੂਰੀ ਸਟੋਰੇਜ ਬਹੁਤ ਜ਼ਿਆਦਾ ਛੋਟੇ ਹੋਲ ਦੇ ਵਿੱਚ ਕੀ ਹੋ ਰਹੀ ਹੈ, ਆਪਣੇ ਕੋਲ ਫਰੈਗਮੈਂਟ ਹੋ ਰਹੀ ਆ। ਹੁਣ ਜਦੋਂ ਇਸ ਦਾ ਵਰਸਟ ਕੇਸ ਹੁੰਦਾ, ਸਭ ਤੋਂ ਬੁਰਾ ਕੇਸ ਹੁੰਦਾ, ਉਹਦੇ ਵਿੱਚ ਕੀ ਹੁੰਦਾ ਗਾ, ਆਪਣੇ ਕੋਲ ਹਰੇਕ ਦੋ ਪ੍ਰੋਸੈਸ ਦੇ ਵਿਚਕਾਰ ਇੱਕ ਫ੍ਰੀ ਜਿਹੜੀ ਮੈਮਰੀ ਆ ਉਹਦਾ ਬਲੋਕ ਹੋ ਸਕਦਾ ਗਾ। ਕਈ ਹੁਣ ਜਿਹੜੇ ਸਰਵੇ ਹੋਇਆ, ਐਨਾਲਿਸਿਸ ਹੋਇਆ, ਸਟੈਟਿਸਟੀਕਲ ਐਨਾਲਿਸਿਸ ਹੋਇਆ ਜਿਹੜੇ ਫਸਟ ਫਿਟ ਦੇ, ਉਹਦੇ ਵਿੱਚ ਆਪਾਂ ਨੂੰ ਪਤਾ ਲੱਗਦਾ ਕਿ ਜਿਹੜੀ ਜਦੋਂ ਆਪਾਂ ਇਹਦੇ ਵਿੱਚ ਥੋੜ੍ਹੀ ਇੰਪਰੂਵਾਈਜ਼ੇਸ਼ਨ ਕਰਦੇ ਹਾਂ, ਆਪਟੀਮਾਈਜ਼ ਕਰਦੇ ਹਾਂ ਇਸ ਜਿਹੜੀ ਫਸਟ ਫਿਟ ਸਕੀਮ ਹੈ ਇਹਨੂੰ, ਤਾਂ ਵੀ ਫਿਰ n ਨੰਬਰ ਆਫ ਐਲੋਕੇਟਡ ਜਿਹੜੇ ਬਲੋਕ ਹੁੰਦੇ ਹੈਗੇ ਉਹਦੇ ਵਿੱਚੋਂ 0.5 × n ਜਿਹੜੇ ਬਲੋਕ ਹੁੰਦੇ ਹੈਗੇ ਉਹ ਫਰੈਗਮੈਂਟੇਸ਼ਨ ਦੇ ਕਾਰਨ ਲੋਸਟ ਹੋ ਜਾਂਦੇ ਹੈਗੇ। ਜੇਕਰ ਆਪਣੇ ਕੋਲ ਟੋਟਲ n ਨੰਬਰ ਆਫ ਐਲੋਕੇਟਡ ਬਲੋਕ ਨੇ, ਐਲੋਕੇਟਡ ਬਲੋਕ, ਤਾਂ ਵੀ ਉਹਦੇ ਵਿੱਚੋਂ 0.5 ਜਿਹੜੇ n × 0.5 ਜਿਹੜੇ ਆਪਣੇ ਹੋਣਗੇ ਨੰਬਰ ਆਫ ਬਲੋਕਸ ਹੋਣਗੇ ਉਹ ਕੀ ਹੋਣਗੇ, ਲੋਸਟ ਹੋ ਜਾਣਗੇ ਡਿਊ ਟੂ ਜਿਹੜੀ ਆਪਣੀ ਐਕਸਟਰਨਲ ਫਰੈਗਮੈਂਟੇਸ਼ਨ ਆ ਇਹਦੇ ਕਰਕੇ ਲੋਸਟ ਹੋ ਜਾਣਗੇ। ਮਤਲਬ ਮੈਮਰੀ ਦਾ ਟੋਟਲ ਮੈਮਰੀ ਦਾ 1/2 ਜਾ ਕੇ ਤੋਂ ਹਾਫ ਜਿਹੜਾ ਹੁੰਦਾ ਹੈਗਾ, ਹਾਫ ਪਾਰਟ ਹੋਊਗਾ ਉਹ ਕੀ ਹੋ ਜਾਏਗਾ, ਅਨਯੂਜ਼ੇਬਲ ਹੋ ਜਾਏਗਾ। ਇਹ ਜਿਹੜੀ ਹੁਣ ਪ੍ਰੋਪਰਟੀ ਹੈਗੀ ਵੀ ਜਿਹੜੀ ਹੁਣ ਮਤਲਬ ਆਪਣੀ ਹੁੰਦੀ ਹੈਗੀ ਫਸਟ ਫਿਟ ਦੇ ਵਿੱਚ ਜਿਹੜੀ ਟੋਟਲ ਆਪਣੀ n ਜਿਹੜੇ ਆਪਣੇ ਉਹ ਨੇ ਗਿਆ ਐਲੋਕੇਟਡ ਬਲੋਕ, ਉਹਦੇ ਵਿੱਚ 0.5 n ਜਿਹੜੇ ਬਲੋਕ ਨੇ ਉਹ ਲੋਸਟ ਹੋ ਜਾਂਦੇ ਆ। ਇਸ ਪ੍ਰੋਪਰਟੀ ਨੂੰ 50% ਰੂਲ ਦੇ ਨਾਮ ਨਾਲ ਵੀ ਕੀਤਾ ਜਾਣਿਆ ਜਾਂਦਾ। ਜੇਕਰ ਪੁੱਛਿਆ ਵੀ ਕਿ 50% ਰੂਲ ਦਾ ਕੀ ਮਤਲਬ ਆ ਤਾਂ ਉਹਦੇ ਵਿੱਚ ਦੱਸਾਂਗੇ ਕਿ ਜਿਹੜੀ ਆਪਣੀ ਫਸਟ ਫਿਟ ਹੁੰਦੀ ਹੈਗੀ ਟੈਕਨੀਕ ਹੁੰਦੀ ਆ, ਉਹਦੇ ਵਿੱਚ ਜੇਕਰ ਆਪਣੇ ਕੋਲ n ਨੰਬਰ ਆਫ ਐਲੋਕੇਟਡ ਬਲੋਕ ਨੇ ਉਹਦੇ ਵਿੱਚ 0.5 n ਜਿਹੜੇ ਨੰਬਰ ਆਫ ਬਲੋਕਸ ਹੋਣਗੇ ਉਹ ਲੋਸਟ ਹੋ ਜਾਣਗੇ ਡਿਊ ਟੂ ਐਕਸਟਰਨਲ ਫਰੈਗਮੈਂਟੇਸ਼ਨ। ਹੁਣ ਜਿਹੜੀ ਮੈਮਰੀ ਹੁੰਦੀ ਆ ਇਹ ਫਰੈਗਮੈਂਟੇਸ਼ਨ ਐਕਸਟਰਨਲ ਵੀ ਹੋ ਸਕਦੀ ਹੈਗੀ ਅਤੇ ਇੰਟਰਨਲ ਵੀ ਹੋ ਸਕਦੀ ਹੈ। ਫਰੈਗਮੈਂਟੇਸ਼ਨ ਆਪਣੇ ਕੋਲ ਦੋ ਪ੍ਰਕਾਰ ਦੀ ਹੁੰਦੀ ਹੈਗੀ, ਇੰਟਰਨਲ ਅਤੇ ਐਕਸਟਰਨਲ। ਮੰਨ ਲਵੋ ਹੁਣ ਆਪਣੇ ਕੋਲ ਇੱਕ ਮਲਟੀਪਲ ਪਾਰਸਨ ਐਲੋਕੇਸ਼ਨ ਸਕੀਮ ਆ ਗਈ ਜਿਹਦੇ ਵਿੱਚ ਇੱਕ ਹੋਲ ਹੈਗਾ ਆਪਣੇ ਕੋਲ, ਹੋਲ ਆਪਣੇ ਕੋਲ ਇੱਕ ਜਿਹਦਾ ਸਾਈਜ਼ ਕਿੰਨਾ ਹੈਗਾ ਆਪਣੇ ਕੋਲ 18464 ਬਾਈਟ ਦਾ ਸਾਈਜ਼ ਹੈਗਾ, ਅਤੇ ਇੱਕ ਆਪਣੇ ਕੋਲ ਪ੍ਰੋਸੈਸ ਹੁੰਦੀ ਆ P1 ਜਿਹੜੀ ਰਿਕੁਐਸਟ ਕਰਦੀ ਆ 18462 ਜਿਹੜੀ ਬਾਈਟਸ ਨੇਗੀਆਂ ਉਹ ਰਿਕੁਐਸਟ ਕਰਦੀ ਆ। ਹੋਲ ਹੈ ਆਪਣੇ ਕੋਲ 18464 ਦਾ, ਅਤੇ P1 ਨੇ ਜਿਹੜੀ ਰਿਕੁਐਸਟ ਕੀਤੀ ਉਹ 18462 ਜਿਹੜੀ ਬਾਈਟਸ ਉਹ ਉਸ ਦੀ ਰਿਕੁਐਸਟ ਕੀਤੀ ਹੈ ਮੈਮਰੀ ਦੀ। ਤਾਂ ਹੁਣ ਜਿਹੜੇ ਆਪਾਂ ਜੇਕਰ ਆਪਾਂ ਇਸ ਨੂੰ ਇਹ ਵਾਲਾ ਹੋਲ ਦੇ ਦਈਏ ਤਾਂ ਵੀ ਫਿਰ ਆਪਣੇ ਕੋਲ ਕੀ ਹੋਣਗੀਆਂ, 2 ਬਾਈਟਸ ਫ੍ਰੀ ਬਚ ਜਾਣਗੀਆਂ।
ਉਹ ਜਿਹੜੀ ਹੁਣ ਇਹਦੇ ਵਿੱਚੋਂ 2 ਬਾਈਟ ਦਾ ਇੱਕ ਹੋਲ ਬਚੂਗਾ, ਛੋਟਾ ਜਿਹਾ, ਬਹੁਤ ਛੋਟਾ ਜਿਹਾ ਹੋਲ ਬਚੂਗਾ। ਜਿਸ ਤਰ੍ਹਾਂ ਆਪਾਂ ਪਹਿਲਾਂ ਦੱਸਿਆ, ਜੇਕਰ ਆਪਣੇ ਕੋਲ ਵੱਡਾ ਹੋਲ ਹੋਵੇ ਉਹਦੇ ਵਿੱਚ ਜਿੰਨੀ ਆਪਾਂ ਨੂੰ ਲੋੜ ਹੁੰਦੀ ਆ ਉਨੀ ਆਪਾਂ ਮੈਮਰੀ ਇੱਕ ਪ੍ਰੋਸੈਸ ਨੂੰ ਦੇਣੀ, ਅਤੇ ਬਾਕੀ ਜਿਹੜੇ ਬਚ ਜਾਂਦੀ ਹੈ ਮੈਮਰੀ ਉਹਦਾ ਵੀ ਆਪਾਂ ਇੱਕ ਹੋਲ ਬਣਾ ਦਿੰਦੇ ਹਾਂ। ਹੁਣ ਇਹਦੇ ਵਿੱਚ ਜਿਹੜਾ 2 ਬਾਈਟ ਦਾ ਇੱਕ ਹੋਲ ਹੋਊਗਾ, ਇਹਨੂੰ ਜਿਹੜੀ ਆ ਇਸ ਦਾ ਟਰੈਕ ਰੱਖਣ ਦੇ ਲਈ, ਮੈਮਰੀ ਦੇ ਵਿੱਚ ਇਹਦਾ ਟਰੈਕ ਰੱਖਣ ਦੇ ਲਈ ਜਿਹੜਾ ਇਹਦੇ ਉੱਪਰ ਕਾਸਟ ਹੋਏਗੀ ਉਹ ਪੂਰੇ ਵੱਡੇ ਹੋਲ ਦੇ, ਜਿਹੜਾ ਪੂਰਾ ਵੱਡਾ ਜਦੋਂ ਹੋਲ ਸੀਗਾ ਉਹਦਾ ਟਰੈਕ ਰੱਖਣ ਤੋਂ ਵੀ ਕਾਸਟ ਜ਼ਿਆਦਾ ਪੈ ਜੂ। ਮਤਲਬ ਇਹ ਜਿਹੜੀ ਛੋਟੀ ਜਿਹੀ ਆਪਣੇ ਕੋਲ ਪਾਰਟ ਬਚੂਗਾ ਇਹਦਾ ਟਰੈਕ ਰੱਖਣਾ ਆਪਾਂ ਨੂੰ ਮਹਿੰਗਾ ਪੈ ਜਾਂਦਾ। ਹੁਣ ਇਸ ਦਾ ਜਨਰਲ ਸੋਲਿਊਸ਼ਨ ਕੀ ਆ, ਜਿਹੜੀ ਆਪਣੀ ਫਿਜ਼ੀਕਲ ਮੈਮਰੀ ਹੁੰਦੀ ਆ ਉਹਨੂੰ ਆਪਾਂ ਕੀ ਕਰਾਂਗੇ, ਫਿਕਸ ਸਾਈਜ਼ ਦੇ ਬਲੌਕ ਵਿੱਚ ਵੰਡ ਦਾਂਗੇ। ਫਿਜ਼ੀਕਲ ਮੈਮਰੀ ਨੂੰ, ਟੋਟਲ ਮੈਮਰੀ ਹੋਗੀ ਜਿਹੜੀ, ਉਹਨੂੰ ਆਪਾਂ ਫਿਕਸ ਸਾਈਜ਼ ਦੇ ਬਲੌਕ ਹੋਣਗੇ ਜਿਹੜੇ ਉਹਦੇ ਵਿੱਚ ਵੰਡ ਦਾਂਗੇ। ਹਰੇਕ ਸਾਈਜ਼ ਕੀ ਹੋਗਾ ਫਿਕਸ, ਮੰਨ ਲਓ 5 MB 5 MB 5 MB 5 5, ਸਾਰਿਆਂ ਦਾ ਸਾਈਜ਼ ਆਪਾਂ ਕੀ ਕਰ ਦਾਂਗੇ, ਫਿਕਸ ਕਰ ਦਾਂਗੇ। ਅਤੇ ਜਿਹੜਾ ਹੁਣ ਬਲੌਕ ਸਾਈਜ਼ ਹੈਗਾ, ਇਸ ਬਲੌਕ ਸਾਈਜ਼ ਦੇ ਬੇਸ 'ਤੇ ਜਿਹੜੀ ਮੈਮਰੀ ਹੈਗੀ ਉਹ ਐਲੋਕੇਟ ਕੀਤੀ ਜਾਵੇਗੀ। ਇਹਦੇ ਨਾਲ ਕੀ ਹੋਊਗਾ, ਜਿਹੜੀ ਇਸ ਤਰੀਕੇ ਨਾਲ ਜਿਹੜੀ ਇੱਕ ਪ੍ਰੋਸੈਸ ਹੋਊਗੀ, ਪ੍ਰੋਸੈਸ ਨੂੰ ਜਿਹੜਾ ਰਿਕੁਐਸਟਡ ਅਮਾਊਂਟ ਆ ਉਹ ਤੋਂ ਜ਼ਿਆਦਾ ਮੈਮਰੀ ਵੀ ਕਈ ਵਾਰ ਮਿਲ ਜਾਂਦੀ ਹੈਗੀ। ਇਹ ਥੋੜ੍ਹੀ ਜਿਹੜੀ ਜ਼ਿਆਦਾ ਮੈਮਰੀ ਹੋਏਗੀ ਉਹੀ ਕੀ ਹੋਏਗੀ, ਹੁਣ ਆਪਣੀ ਇੰਟਰਨਲ ਫਰੈਗਮੈਂਟੇਸ਼ਨ ਹੋਏਗੀ। ਪਹਿਲਾਂ ਕੀ ਹੋ ਰਿਹਾ, ਪੂਰੀ ਮੈਮਰੀ ਦੇ ਵਿੱਚੋਂ ਕਿਤੇ ਨਾ ਕਿਤੇ ਛੋਟੇ ਛੋਟੇ ਪਾਰਟ ਬਚ ਜਾਂਦੇ ਸੀਗੇ, ਉਹ ਕੀ ਹੋ ਜਾਂਦੀ ਸੀ, ਆਪਣੀ ਐਕਸਟਰਨਲ ਮੈਮਰੀ ਜਿਹੜੀ ਫਰੈਗਮੈਂਟੇਸ਼ਨ ਆ ਉਹ ਹੋ ਜਾਂਦੀ। ਇੱਥੇ ਆਪਾਂ ਪੂਰੀ ਮੈਮਰੀ ਨੂੰ ਆਪਾਂ ਕੀ ਕੀਤਾ, ਪਾਰਟਸ ਦੇ ਵਿੱਚ ਡਿਵਾਈਡ ਕਰ ਲਿਆ। ਛੋਟੇ ਜਿਹੜੇ ਆਪਣੇ ਸੀਗੇ ਫਿਕਸ ਸਾਈਜ਼ ਦੇ ਬਲੌਕ ਸੀਗੇ, ਇਹ ਹੋ ਗਿਆ ਆਪਣੇ ਬਲੌਕ 1 2 3 4 5, ਇਹਨਾਂ ਦਾ ਸਾਈਜ਼ ਹੋ ਗਿਆ, ਮੰਨ ਲਓ ਆਪਣੇ ਹਰੇਕ ਬਲੌਕ ਦਾ ਸਾਈਜ਼ ਹੈਗਾ ਆਪਣਾ 10 ਬਾਈਟਸ। ਹੁਣ ਆਪਾਂ ਜਿਹੜੀ ਆਪਣੀ 50 ਬਾਈਟ ਜਿਹੜੀ ਆਪਣੀ ਟੋਟਲ ਮੈਮਰੀ ਆ ਉਹਨੂੰ ਆਪਾਂ 10 ਬਾਈਟ ਦੇ 5 ਜਿਹੜੇ ਪਾਰਟ ਨੇ ਉਹਨਾਂ ਦੇ ਵਿੱਚ ਡਿਵਾਈਡ ਕਰ ਦਿੱਤਾ। ਹੁਣ ਜਦੋਂ ਵੀ ਇੱਕ ਪ੍ਰੋਸੈਸ ਆਏਗੀ, ਚਾਹੇ ਉਹ 10 ਹੈਗੀ ਆ, ਮੰਨ ਲਓ ਆਪਣੀ ਪੂਰੀ 10 ਬਾਈਟ ਦੀ ਆ, ਚਾਹੇ 9 ਬਾਈਟ ਦੀ ਆ, ਚਾਹੇ 8 ਬਾਈਟ ਦੀ ਆ, ਚਾਹੇ 7 ਬਾਈਟ ਦੀ ਆ, ਜਿੰਨੀ ਵੀ ਮਰਜ਼ੀ ਹੋਵੇ ਉਹਦਾ ਸਾਈਜ਼, ਉਹਨੂੰ ਆਪਾਂ ਕੀ ਕਰਾਂਗੇ, ਇੱਕ ਪੂਰੇ ਦਾ ਪੂਰਾ ਬਲੌਕ ਹੀ ਦੇਵਾਂਗੇ। ਹੁਣ ਮੰਨ ਲਓ ਜੇਕਰ ਆਪਾਂ ਨੂੰ ਇੱਕ ਪ੍ਰੋਸੈਸ ਹੁੰਦੀ ਆ P1, ਦੁਬਾਰਾ ਫਿਰ P1 ਆਉਂਦੀ ਆ, ਉਹਦਾ ਸਾਈਜ਼ ਹੈਗਾ 10 ਬਾਈਟ ਦੀ ਉਹਨੂੰ ਲੋੜ ਹੈਗੀ, ਆਪਾਂ ਇਹਨੂੰ P1 ਦੇ ਦਾਂਗੇ। ਇੱਥੇ ਆਪਾਂ ਨੂੰ ਕੋਈ ਵੀ ਪ੍ਰੋਬਲਮ ਨਹੀਂ ਹੈਗੀ, ਪੂਰੀ ਦੀ ਪੂਰੀ ਆਪਣੀ ਮੈਮਰੀ ਕੀ ਹੋ ਰਹੀ ਹੈਗੀ, ਆਕਿਊਪਾਈ ਹੋ ਰਹੀ ਹੈਗੀ। ਹੁਣ ਮੰਨ ਲਓ ਆਪਣੇ ਕੋਲ P2 ਨਾਂ ਦੀ ਇੱਕ ਹੋਰ ਪ੍ਰੋਸੈਸ ਹੁੰਦੀ ਆ, ਉਹ ਕਰ ਰਹੀ ਹੈਗੀ 9 ਬਾਈਟ ਉਹਦਾ ਸਾਈਜ਼ ਹੈਗਾ। ਤਾਂ ਇਹਨੇ ਕੀ ਕਰਨਾ ਹੈਗਾ, ਸਾਰਾ ਆਪਾਂ ਕਰਕੇ ਇਹਦੇ ਵਿੱਚ ਜਿਹੜੀ ਪੂਰੀ ਮੈਮਰੀ ਉਹਨੂੰ ਆਕਿਊਪਾਈ ਕਰਕੇ ਅਖੀਰ ਦੇ ਵਿੱਚ ਇੱਥੇ ਇੱਕ ਕੀ ਹੋਊ, 1 ਬਾਈਟ ਦਾ ਜਿਹੜਾ ਆਪਣੀ ਹੈਗੀ ਸਪੇਸ ਉਹ ਵੇਸਟ ਹੋ ਰਹੀ ਹੈਗੀ। ਇਹ ਜਿਹੜੀ ਹੁਣ ਅੰਦਰੂਨੀ ਜਿਹੜੀ ਇਹਦੇ ਵਿੱਚ ਆ ਰਹੀ ਹੈਗੀ ਸਪੇਸ ਆ ਰਹੀ ਹੈਗੀ ਵੇਸਟ ਹੋ ਰਹੀ ਆ, ਉਹਨੂੰ ਆਪਾਂ ਕਹਿੰਦੇ ਇੰਟਰਨਲ ਫਰੈਗਮੈਂਟੇਸ਼ਨ। ਐਕਸਟਰਨਲ ਅਤੇ ਇੰਟਰਨਲ ਦੇ ਵਿੱਚ ਫਰਕ ਇਹੀ ਆ, ਐਕਸਟਰਨਲ ਪੂਰੀ ਮੈਮਰੀ ਦੇ ਵਿੱਚ ਆ ਰਹੀ ਸੀਗੀ, ਇੰਟਰਨਲ ਕੀ ਆ, ਆਪਾਂ ਬਲੌਕ ਦੇ ਵਿੱਚ ਵੰਡਿਆ ਹੋਇਆ, ਬਲੌਕ ਦੇ ਵਿੱਚ ਇੱਕ ਛੋਟਾ ਜਿਹਾ ਪਾਰਟ ਕੀ ਹੋਊਗਾ ਇੱਥੇ ਬਚ ਜਾਵੇਗਾ। ਇੰਟਰਨਲ ਮੈਮਰੀ ਦਾ ਜੇਕਰ ਦੇਖਿਆ ਹੋਵੇ, ਆਪਾਂ ਇਹ ਵੀ ਕਹਿ ਸਕਦੇ ਇੰਟਰਨਲ ਮੈਮਰੀ ਦਾ ਮਤਲਬ ਹੈ ਉਹ ਅਨਯੂਜ਼ਡ ਮੈਮਰੀ ਜਿਹੜੀ ਕੀ ਆ ਉਸ ਪਾਰਸਲ ਨੂੰ ਕੀ ਹੈਗੀ ਇੰਟਰਨਲ ਆ, ਇੰਟਰਨਲ ਟੂ ਦਾ ਪਾਰਸਲ। ਅਨਯੂਜ਼ਡ ਮੈਮਰੀ ਦੈਟ ਇਜ਼ ਇੰਟਰਨਲ ਟੂ ਦਾ ਪਾਰਸਲ। ਹੁਣ ਜਿਹੜੀ ਆਪਣੀ ਐਕਸਟਰਨਲ ਫਰੈਗਮੈਂਟੇਸ਼ਨ ਹੁੰਦੀ ਆ, ਐਕਸਟਰਨਲ ਫਰੈਗਮੈਂਟੇਸ਼ਨ, ਇਹਦਾ ਇੱਕ ਸੋਲਿਊਸ਼ਨ ਕੀ ਹੈ, ਇਹਦਾ ਸੋਲਿਊਸ਼ਨ ਹੈ ਇੱਕ ਕੰਪੈਕਸ਼ਨ। ਕੰਪੈਕਸ਼ਨ ਦੇ ਵਿੱਚ ਕੀ ਹੁੰਦਾ, ਜਿਹੜੇ ਆਪਣੇ ਸਾਰੇ ਮੈਮਰੀ ਕੰਟੈਂਟ ਹੁੰਦੇ ਹੈਗੇ, ਮੈਮਰੀ ਦੇ ਵਿੱਚ ਜਿਹੜੇ ਸਾਰੇ ਕੰਟੈਂਟ ਹੁੰਦੇ ਉਹਨਾਂ ਨੂੰ ਆਪਾਂ ਸ਼ਫਲ ਕਰ ਦਿੰਦੇ ਹਾਂ, ਤਾਂ ਕਿ ਜਿਹੜੇ ਬਾਕੀ ਜਿਹੜੇ ਹੁਣ ਫ੍ਰੀ ਬਲੌਕ ਹੋਣਗੇ ਪੂਰੀ ਮੈਮਰੀ ਦੇ ਵਿੱਚ, ਕੋਈ ਇੱਧਰ ਪਿਆ, ਕੋਈ ਉੱਧਰ ਪਿਆ, ਕੋਈ ਸਿਰੇ 'ਤੇ ਪਿਆ, ਕੋਈ ਵਿਚਕਾਰ, ਕੋਈ ਇੱਕ ਦੂਸਰੇ ਪਾਸੇ 'ਤੇ ਪਿਆ, ਉਹ ਸਾਰੇ ਸਫਲ ਹੋ ਕੇ ਕੀ ਹੋਣਗੇ, ਇੱਕ ਵੱਡੇ ਰੂਪ ਦੇ ਵਿੱਚ ਇੱਕ ਜਗ੍ਹਾ 'ਤੇ ਇਕੱਠੇ ਹੋ ਜਾਣਗੇ। ਪਰ ਜਿਹੜੀ ਕੰਪੈਕਸ਼ਨ ਹੁੰਦੀ ਆ ਉਹ ਹਮੇਸ਼ਾ ਹੀ ਕੀ ਨਹੀਂ ਹੁੰਦੀ, ਸੰਭਵ ਨਹੀਂ ਹੁੰਦੀ। ਜਦੋਂ ਆਪਣੀ ਉਹ ਹੁੰਦੀ ਹੈ ਰੀਲੋਕੇਸ਼ਨ ਹੁੰਦੀ ਹੈ, ਐਡਰੈਸ ਬਾਈਂਡਿੰਗ ਵਾਲੀ ਰੀਲੋਕੇਸ਼ਨ ਸਟੈਟਿਕ ਹੋਵੇ ਅਤੇ ਅਸੈਂਬਲੀ ਜਾਂ ਲੋਡ ਟਾਈਮ 'ਤੇ ਕੀਤੀ ਜਾਂਦੀ ਹੈਗੀ। ਜੇਕਰ ਰੀਲੋਕੇਸ਼ਨ ਕੀ ਹੋਵੇ ਸਟੈਟਿਕ ਤੇ ਅਸੈਂਬਲੀ ਟਾਈਮ 'ਤੇ, ਅਸੈਂਬਲੀ ਜਾਂ ਲੋਡ ਟਾਈਮ 'ਤੇ ਕੀਤੀ ਜਾਂਦੀ ਹੈ, ਤਾਂ ਕੰਪੈਕਸ਼ਨ ਕੀ ਹੈਗੀ, ਨਾਟ ਪੋਸੀਬਲ ਹੁੰਦੀ ਹੈ। ਤਾਂ ਕੰਪੈਕਸ਼ਨ ਪੋਸੀਬਲ ਨਹੀਂ ਹੋ ਸਕਦੀ। ਕੰਪੈਕਸ਼ਨ ਸਿਰਫ ਤਾਂ ਹੀ ਪੋਸੀਬਲ ਹੋਵੇਗੀ ਜੇਕਰ ਰੀਲੋਕੇਸ਼ਨ ਡਾਇਨਾਮਿਕ ਹੋਵੇ ਅਤੇ ਐਗਜੀਕਿਊਸ਼ਨ ਟਾਈਮ 'ਤੇ ਕੀ ਹੋਵੇ, ਕੀਤੀ ਗਈ ਹੋਵੇ। ਰੀਲੋਕੇਸ਼ਨ ਡਾਇਨਾਮਿਕ ਅਤੇ ਕੀ ਹੋ ਟਾਈਮ ਕੀ ਹੋਵੇਗਾ, ਐਗਜੀਕਿਊਸ਼ਨ ਟਾਈਮ 'ਤੇ ਕੀਤੀ ਹੋਵੇ, ਤਾਂ ਹੀ ਕੀ ਹੈ ਜਿਹੜੀ ਕੰਪੈਕਸ਼ਨ ਆ ਉਹ ਕੀ ਹੋਵੇਗੀ, ਪੋਸੀਬਲ ਹੋਵੇਗੀ।
ਜਦੋਂ ਆਪਣੀ ਐਡਰੈਸਿੰਗ ਆ ਗਈ, ਐਡਰੈਸ ਜਿਹੜੀ ਡਾਇਨਾਮਿਕਲੀ ਰੀਲੋਕੇਟ ਕੀਤੀ ਗਈ ਹੋਵੇ, ਤਾਂ ਫਿਰ ਕੀ ਹੁੰਦਾ, ਇਹਦੇ ਵਿੱਚ ਕੀ ਹੁੰਦਾ, ਜਦੋਂ ਆਪਾਂ ਦੁਬਾਰਾ ਇਹ ਸਭ ਕੁਝ ਕਰਾਂਗੇ, ਰੀਲੋਕੇਟ ਕਰਾਂਗੇ, ਤਾਂ ਫਿਰ ਉਹਦੇ ਵਿੱਚ ਸਿਰਫ ਪ੍ਰੋਗਰਾਮ ਤੇ ਡਾਟਾ ਨੂੰ ਹੀ ਮੂਵ ਕਰਨਾ ਹੁੰਦਾ ਗਾ। ਜਦੋਂ ਆਪਣੀ ਐਡਰੈਸਿੰਗ ਹੁੰਦੀ ਹੈਗੀ, ਆਪਾਂ ਪਹਿਲਾਂ ਡਾਇਨਾਮਿਕਲੀ ਰੀਲੋਕੇਟ ਕੀਤੀ ਹੁੰਦੀ ਹੈ, ਤਾਂ ਫਿਰ ਜਦੋਂ ਆਪਾਂ ਰੀਲੋਕੇਟ ਦੁਬਾਰਾ ਕਰਦੇ ਹਾਂ ਤਾਂ ਉਹਦੇ ਵਿੱਚ ਸਿਰਫ ਪ੍ਰੋਗਰਾਮ ਤੇ ਡਾਟਾ ਨੂੰ ਹੀ ਮੂਵ ਕਰਨਾ ਹੁੰਦਾ। ਤੇ ਜਿਹੜਾ ਆਪਣਾ ਬੇਸ ਰਜਿਸਟਰ ਹੁੰਦਾ, ਉਹਦੇ ਵਿੱਚ ਨਵੇਂ ਐਡਰੈਸ ਨੂੰ ਅਪਡੇਟ ਕਰਨ ਲਈ ਸਿਰਫ ਚੇਂਜ ਕਰਨਾ ਹੀ ਸ਼ਾਮਲ ਹੁੰਦਾ। ਇਸ ਕਰਕੇ ਉੱਥੇ ਕੀ ਹੁੰਦੀ ਆ, ਆਪਣੀ ਕੰਪੈਕਸ਼ਨ ਪੋਸੀਬਲ ਹੋ ਜਾਂਦੀ ਆ। ਜਦੋਂ ਕੰਪੈਕਸ਼ਨ ਸੰਭਵ ਹੁੰਦੀ ਹੈਗੀ, ਤਾਂ ਇੱਕ ਹੋਰ ਗੱਲ ਧਿਆਨ ਵਿੱਚ ਰੱਖਣੀ ਪੈਂਦੀ ਹੈ ਵੀ ਉਹਦੀ ਆਪਾਂ ਕੀਮਤ ਵੀ ਡਿਟਰਮਾਈਨ ਕਰਨੀ ਜ਼ਰੂਰੀ ਹੈਗੀ, ਕਿ ਆਪਾਂ ਨੂੰ ਜਿਹੜੀ ਕੰਪੈਕਸ਼ਨ ਆ ਉਹਦੀ ਕੀਮਤ ਕਿੰਨੀ ਪੈ ਰਹੀ ਹੈਗੀ। ਸਭ ਤੋਂ ਜਿਹੜਾ ਸੌਖੇ ਹੁਣ ਕੰਪੈਕਸ਼ਨ ਦੇ ਐਲਗੋਰਿਥਮ ਨੇ, ਉਹਦੇ ਵਿੱਚ ਕੀ ਹੁੰਦਾ, ਜਿਹੜੀਆਂ ਸਾਰੀਆਂ ਪ੍ਰੋਸੈਸਸ ਹੁੰਦੀਆਂ ਨੇ ਉਹ ਮੈਮਰੀ ਦੇ ਇੱਕ ਸਿਰੇ ਵੱਲ ਕੀ ਹੁੰਦੀਆਂ ਨੇ ਕਿ ਮੂਵ ਕੀਤੀਆਂ ਜਾਂਦੀਆਂ ਨੇ। ਸਾਰੀਆਂ ਜਿਹੜੀਆਂ ਪ੍ਰੋਸੈਸਸ ਹੁੰਦੀਆਂ ਨੇ ਉਹਨਾਂ ਨੂੰ ਆਪਾਂ ਮੈਮਰੀ ਦੇ ਇੱਕ ਸਿਰੇ ਦੇ ਵੱਲ ਕੀ ਕਰ ਦਿਆਂਗੇ, ਮੂਵ ਕਰ ਦਿਆਂਗੇ, ਜਿਹਦੇ ਨਾਲ ਕੀ ਹੁੰਦਾ, ਜਿਹੜੀ ਅਵੇਲੇਬਲ ਮੈਮਰੀ ਆ ਉਹਦਾ ਇੱਕ ਵੱਡਾ ਹੋਲ ਕੀ ਹੁੰਦਾ, ਬਣ ਜਾਂਦਾ। ਇਹ ਸਕੀਮ ਕੀ ਹੋ ਸਕਦੀ ਹੈ, ਪਰ ਐਕਸਪੈਂਸਿਵ ਵੀ ਹੋ ਸਕਦੀ ਹੈ। ਐਕਸਟਰਨਲ ਜਿਹੜੀ ਫਰੈਗਮੈਂਟੇਸ਼ਨ ਆ, ਇਹਦਾ ਦੂਸਰਾ ਸੋਲੂਸ਼ਨ ਕੀ ਆ, ਦੂਸਰਾ ਸੋਲੂਸ਼ਨ ਕਿ ਜਿਹੜੀ ਆਪਣੀ ਲੌਜੀਕਲ ਐਡਰੈਸਿੰਗ ਜਿਹੜੀ ਸਪੇਸ ਹੁੰਦੀ ਆ, ਉਸ ਨੂੰ ਕੀ ਕੀਤਾ ਜਾਵੇ, ਨੌਨ ਕੰਟੈਜੀਅਸ ਕੀਤਾ ਜਾਵੇ। ਇਸ ਤਰ੍ਹਾਂ ਇੱਕ ਪ੍ਰੋਸੈਸ ਨੂੰ ਫਿਜ਼ੀਕਲ ਮੈਮਰੀ ਸਿਰਫ ਉਦੋਂ ਹੀ ਮਿਲੇਗੀ ਜਦੋਂ ਇਸ ਪ੍ਰਕਾਰ ਦੀ ਮੈਮਰੀ ਕੀ ਹੋਏਗੀ, ਅਵੇਲੇਬਲ ਹੋਏਗੀ। ਇਹਨੂੰ ਆਪਾਂ ਦੋ ਤਰੀਕੇ ਨਾਲ ਕਰ ਸਕਦੇ। ਇਹਦੇ ਲਈ ਹੁਣ ਦੋ ਤਰੀਕੇ ਕੀ ਦੇ ਇਹਦੇ ਲਈ, ਦੂਸਰੇ ਸੋਲੂਸ਼ਨ ਦੇ ਲਈ। ਇੱਕ ਤਾਂ ਹੁੰਦਾ ਇਹਦੇ ਵਿੱਚ ਸੈਗਮੈਂਟੇਸ਼ਨ, ਤੇ ਦੂਸਰਾ ਹੁੰਦਾ ਇਹਦੇ ਲਈ ਪੇਜਿੰਗ। ਇਹਨਾਂ ਦੋ ਤਰੀਕੇ ਦੇ ਨਾਲ ਜਿਹੜੀ ਆਪਣੀ ਲੌਜੀਕਲ ਐਡਰੈਸਿੰਗ ਸਪੇਸ ਆ ਉਹਨੂੰ ਆਪਾਂ ਕੀ ਕਰ ਸਕਦੇ ਹਾਂ, ਨੌਨ ਕੰਟੇਜੀਅਸ ਕਰ ਸਕਦੇ ਹਾਂ।